ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਵੀਕਲੀ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਉਹਨਾਂ ਖਬਰਾਂ ਦੀ ਕਰਾਂਗੇ ਜੋ ਕੈਨੇਡਾ ਦੇ ਵਿੱਚ ਹਫ਼ਤਾ ਭਰ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਜਾਣੀ ਕਿ ਇਸ ਹਫ਼ਤੇ ਕੈਨੇਡਾ ਦੇ ਵਿੱਚ ਕੀ ਖਾਸ ਰਿਹਾ, ਉਹ ਇਹਨਾਂ ਖਬਰਾਂ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਦੇ ਉੱਪਰ। ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਬਣਾਇਆ ਰਿਕਾਰਡ। ਲਗਭਗ 24 ਘੰਟਿਆਂ ਦੇ ਵਿੱਚ ਹੀ ਵਿਦਿਆਰਥੀ ਕੋਟਾ ਹੋਇਆ ਪੂਰਾ। ਯਾਤਰਾ ਸੰਬੰਧੀ ਟਰੂਡੋ ਦਾ ਵੱਡਾ ਬਿਆਨ। ਗਰਮੀਆਂ ਦੇ ਵਿੱਚ ਸ਼ੁਰੂ ਹੋ ਸਕਦੀ ਯਾਤਰਾ। ਵਿਕਰਮਦੀਪ ਰੰਧਾਵਾ ਤੇ ਹਮਲੇ ਦੇ ਬਾਅਦ ਛਿੜੀ ਚਰਚਾ। ਦਿਨ ਦਿਹਾੜੇ ਹੋਇਆ ਰੰਧਾਵਾ ਦਾ ਕਤਲ। ਅਪ੍ਰੈਲ ਮਹੀਨਾ ਕੈਨੇਡਾ ਦੇ ਲਈ ਰਿਹਾ ਮਾੜਾ। ਗਵਾਈਆਂ 2,07,000 ਨੌਕਰੀਆਂ। ਬਰੈਂਪਟਨ ਦੇ ਪੰਜਾਬੀ ਡਰਾਈਵਰ ਨੂੰ ਕੀਤਾ ਚਾਰਜ। ਸ਼ਰਾਬ ਪੀ ਕੇ ਕਰ ਰਿਹਾ ਸੀ ਡਰਾਈਵਿੰਗ। ਇਸ ਹਫ਼ਤੇ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਪ੍ਰੋਗਰਾਮ ਲਿਆਂਦੇ ਗਏ, ਜਿਸ ਦੇ ਵਿੱਚ 90,000 ਦੇ ਕਰੀਬ ਅਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ PR ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਪਹਿਲੇ ਹੀ 24 ਘੰਟਿਆਂ ਦੌਰਾਨ ਇੱਥੇ ਜਿਹੜਾ ਇੰਟਰਨੈਸ਼ਨਲ ਗ੍ਰੈਜੂਏਟ ਦਾ ਕੋਟਾ ਸੀ ਉਹ ਪੂਰਾ ਹੋ ਗਿਆ, ਕਿਉਂਕਿ ਵੱਡੀ ਡਿਮਾਂਡ ਇਸ ਦੇ ਵਾਸਤੇ ਦੇਖਣ ਨੂੰ ਮਿਲੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮਸ ਦਾ ਐਲਾਨ ਕੀਤਾ ਗਿਆ ਸੀ, ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਇਸ ਦੇ ਤਹਿਤ ਅਰਜ਼ੀਆਂ ਮਨਜ਼ੂਰ ਕੀਤੀਆਂ ਜਾ ਰਹੀਆਂ ਹਨ। ਪਹਿਲੇ ਹੀ ਦਿਨ ਭਾਰੀ ਉਤਸ਼ਾਹ ਇਸ ਸੰਬੰਧੀ ਦੇਖਣ ਨੂੰ ਮਿਲਿਆ। ਕੈਨੇਡਾ ਦੇ ਇਸ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਵੱਲੋਂ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਗਿਆ, ਕਿਉਂਕਿ ਕੁਝ ਹੀ ਘੰਟਿਆਂ ਦੇ ਵਿੱਚ ਵੱਡੀ ਗਿਣਤੀ ਅੰਦਰ ਐਪਲੀਕੈਂਟਸ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ। ਜੇਕਰ ਪਹਿਲੇ 5.5 ਘੰਟਿਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਵਰਕਰਸ ਇਨ ਕੈਨੇਡਾ ਹੈਲਥ ਕੇਅਰ ਦੇ ਅਧੀਨ ਹੁਣ ਤੱਕ 333 ਐਪਲੀਕੇਸ਼ਨਸ ਆ ਚੁੱਕੀਆਂ ਨੇ, ਜਦਕਿ ਇਸ ਦੇ ਅਧੀਨ 20,000 ਐਪਲੀਕੇਸ਼ਨਸ ਮਨਜ਼ੂਰ ਕੀਤੀਆਂ ਜਾਣੀਆਂ ਹਨ। ਇਸ ਦੇ ਨਾਲ ਹੀ ਵਰਕਰਸ ਇਨ ਕੈਨੇਡਾ ਅਸੈਂਸ਼ੀਅਲ ਨਾਨ ਹੈਲਥ ਕੇਅਰ ਦੇ ਵਿੱਚ 2,670 ਐਪਲੀਕੇਸ਼ਨਸ ਆ ਚੁੱਕੀਆਂ ਨੇ। ਇਸ ਦੇ ਅਧੀਨ 30,000 ਐਪਲੀਕੇਸ਼ਨਸ ਮਨਜ਼ੂਰ ਹੋਣਗੀਆਂ। ਸਭ ਤੋਂ ਵੱਧ ਉਤਸ਼ਾਹ ਇੰਟਰਨੈਸ਼ਨਲ ਗ੍ਰੈਜੂਏਟ ਕੈਟੇਗਰੀ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਮਹਿਜ਼ ਕੁਝ ਹੀ ਘੰਟਿਆਂ ਦੇ ਵਿੱਚ 21,582 ਐਪਲੀਕੈਂਟਸ ਦੇ ਵੱਲੋਂ ਆਪਣੀਆਂ ਅਰਜ਼ੀਆਂ ਲਗਾਈਆਂ ਗਈਆਂ। ਇਸ ਦੇ ਅਧੀਨ 40,000 ਅਰਜ਼ੀਆਂ ਸਵੀਕਾਰ ਕੀਤੀਆਂ ਜਾਣੀਆਂ ਹਨ। ਇਸ ਸਟ੍ਰੀਮ ਨੂੰ ਦੇਖ ਕੇ ਇਹ ਲੱਗ ਰਿਹਾ ਹੈ ਕਿ ਜਲਦ ਹੀ ਕੁਝ ਘੰਟਿਆਂ ਦੇ ਵਿੱਚ ਇਹ ਕੋਟਾ ਪੂਰਾ ਹੋ ਜਾਵੇਗਾ। ਜੇਕਰ ਫ੍ਰੈਂਚ ਸਪੀਕਿੰਗ ਸਟ੍ਰੀਮਸ ਦੀ ਗੱਲ ਕੀਤੀ ਜਾਵੇ, ਫ੍ਰੈਂਚ ਸਪੀਕਿੰਗ ਵਰਕਰਸ ਇਨ ਕੈਨੇਡਾ ਹੈਲਥ ਕੇਅਰ ਦੇ ਅਧੀਨ 4 ਐਪਲੀਕੇਸ਼ਨਸ ਆ ਚੁੱਕੀਆਂ ਹਨ, ਜਦਕਿ ਇਸ ਦਾ ਕੋਟਾ ਅਨਲਿਮਿਟਿਡ ਹੈ। ਫ੍ਰੈਂਚ ਸਪੀਕਿੰਗ ਵਰਕਰਸ ਇਨ ਕੈਨੇਡਾ ਅਸੈਂਸ਼ੀਅਲ ਨਾਨ ਹੈਲਥ ਕੇਅਰ ਦੇ ਅਧੀਨ 137 ਐਪਲੀਕੇਸ਼ਨਸ ਆ ਚੁੱਕੀਆਂ ਨੇ। ਇਸ ਦਾ ਕੋਟਾ ਵੀ ਅਨਲਿਮਿਟਿਡ ਹੈ। ਫ੍ਰੈਂਚ ਸਪੀਕਿੰਗ ਰੀਸੈਂਟ ਇੰਟਰਨੈਸ਼ਨਲ ਗ੍ਰੈਜੂਏਟਸ ਫਰੋਮ ਅ ਕੈਨੇਡਾ ਇੰਸਟੀਟਿਊਸ਼ਨ ਦੇ ਅਧੀਨ 30 ਅਰਜ਼ੀਆਂ ਆ ਚੁੱਕੀਆਂ ਨੇ, ਜਦਕਿ ਇਸ ਦਾ ਕੋਟਾ ਅਨਲਿਮਿਟਿਡ ਹੈ। ਇਨ੍ਹਾਂ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਅਧੀਨ IRCC ਵੱਲੋਂ 90,000 ਦੇ ਕਰੀਬ ਅਸੈਂਸ਼ੀਅਲ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਕੈਨੇਡਾ ਦੇ ਵਿੱਚ PR ਹਾਸਲ ਕਰ ਸਕਣ। ਇਸ ਦੇ ਚੱਲਦਿਆਂ ਜਿਹੜੀ ਇੰਟਰਨੈਸ਼ਨਲ ਗ੍ਰੈਜੂਏਟ ਸੀ ਕੈਟੇਗਰੀ ਹੈ, ਉਸ ਦੇ ਅਧੀਨ ਕਾਫੀ ਜ਼ਿਆਦਾ ਅਰਜ਼ੀਆਂ ਆ ਰਹੀਆਂ ਹਨ, ਜਾਣੀ ਕਿ ਇਸ ਦੇ ਵਾਸਤੇ ਕਾਫੀ ਜ਼ਿਆਦਾ ਡਿਮਾਂਡ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ ਇਹਨਾਂ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਵਾਸਤੇ ਨਵੰਬਰ 5 ਤੱਕ ਅਰਜ਼ੀਆਂ ਲਈਆਂ ਜਾਣਗੀਆਂ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਆਰਥਿਕਤਾ ਅਤੇ ਨੌਕਰੀਆਂ ਦੇ ਉੱਪਰ ਜੋ ਪ੍ਰਭਾਵ ਪਿਆ ਸੀ ਉਹ ਹੌਲੀ-ਹੌਲੀ ਕਰਕੇ ਠੀਕ ਹੋਣਾ ਸ਼ੁਰੂ ਹੋਇਆ ਸੀ। ਪਰ ਸਟੈਟਿਸਟਿਕਸ ਕੈਨੇਡਾ ਨੇ ਇੱਕ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਬਹੁਤ ਜ਼ਿਆਦਾ ਨੌਕਰੀਆਂ ਚਲੀਆਂ ਗਈਆਂ। ਜਾਣਕਾਰੀ ਦੇ ਮੁਤਾਬਕ 2,07,000 ਦੇ ਕਰੀਬ ਕੈਨੇਡਾ ਵੱਲੋਂ ਨੌਕਰੀਆਂ ਗਵਾਈਆਂ ਗਈਆਂ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਕੈਨੇਡਾ ਵੱਲੋਂ 2,07,000 ਨੌਕਰੀਆਂ ਗਵਾਈਆਂ ਗਈਆਂ। ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਆਰਥਿਕਤਾ ਅਤੇ ਨੌਕਰੀਆਂ ਦੇ ਉੱਪਰ ਜੋ ਪ੍ਰਭਾਵ ਪਿਆ ਸੀ ਉਹ ਹੌਲੀ-ਹੌਲੀ ਕਰਕੇ ਸੁਧਰ ਰਿਹਾ ਸੀ, ਪਰ ਬਾਅਦ ਦੇ ਵਿੱਚ ਕਰੋਨਾ ਵੇਰੀਐਂਟ ਦੇ ਫੈਲਾਅ ਦੇ ਨਾਲ ਇੱਕ ਵਾਰ ਫਿਰ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਨੇ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਇਸੇ ਦੀ ਹੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ। ਏਜੰਸੀ ਨੇ ਦੱਸਿਆ ਹੈ ਕਿ ਇਕਾਨਮੀ ਨੇ ਅਪ੍ਰੈਲ ਮਹੀਨੇ ਦੇ ਵਿੱਚ 2,07,000 ਨੌਕਰੀਆਂ ਦਾ ਘਾਟਾ ਝੱਲਿਆ ਹੈ। ਇਹ ਉਸ ਸਮੇਂ ਜਾਣਕਾਰੀ ਸਾਹਮਣੇ ਆਈ ਜਦੋਂ ਕਈ ਬਿਜ਼ਨਸ ਅਤੇ ਲੋਕ ਸਿਹਤ ਦੇ ਸੰਬੰਧੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਦੇ ਵਿੱਚ ਬੇਰੁਜ਼ਗਾਰੀ ਦਰ ਵੀ 8.1% ਦੇ ਉੱਪਰ ਪਹੁੰਚ ਗਈ ਹੈ। ਮਾਰਚ ਮਹੀਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਬੇਰੁਜ਼ਗਾਰੀ ਦਰ 7.5% ਰਹੀ। ਮਾਰਚ ਮਹੀਨੇ ਦੇ ਵਿੱਚ ਨੌਕਰੀਆਂ ਅੰਦਰ ਵਾਧਾ ਦੇਖਿਆ ਗਿਆ ਸੀ, ਜਿਸ ਦੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਨੇ ਹੀ ਸਾਂਝੀ ਕੀਤੀ ਸੀ। ਉਹਨਾਂ ਦੇ ਮੁਤਾਬਕ 3,03,000 ਨੌਕਰੀਆਂ ਦੇ ਵਿੱਚ ਵਾਧਾ ਹੋਇਆ
ਪਰ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਅੰਦਰ ਘਾਟਾ ਦੇਖਿਆ ਗਿਆ, ਜਾਣੀ ਕਿ ਕਈ ਲੋਕਾਂ ਦੀ ਨੌਕਰੀ ਚਲੀ ਗਈ। ਸਭ ਤੋਂ ਵੱਧ ਪ੍ਰਭਾਵ ਓਨਟਾਰੀਓ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਵੀ ਲਗਾਤਾਰ ਵਧਦੇ ਹੀ ਜਾ ਰਹੇ ਨੇ। ਓਨਟਾਰੀਓ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇੱਥੇ 1,53,000 ਨੌਕਰੀਆਂ ਦਾ ਨੁਕਸਾਨ ਹੋਇਆ। ਕੋਰੋਨਾ ਵਾਇਰਸ ਦੇ ਚੱਲਦਿਆਂ ਜਿਹੜੀਆਂ ਉਡਾਨਾਂ ਸੀ ਉਹਨਾਂ ਦੇ ਉੱਪਰ ਰੋਕ ਲਗਾਈ ਗਈ, ਯਾਤਰਾ ਪਾਬੰਦੀਆਂ ਲਗਾਈਆਂ ਗਈਆਂ। 에ਅਰ ਕੈਨੇਡਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਕਿੰਨਾ ਘਾਟਾ ਪਿਆ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਲ ਦੇ ਪਹਿਲੇ ਕੁਆਰਟਰ ਦੌਰਾਨ ਹੀ ਉਹਨਾਂ ਨੂੰ $1.3 ਬਿਲੀਅਨ ਦਾ ਘਾਟਾ ਸਹਿਣਾ ਪੈ ਰਿਹਾ ਹੈ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਦੇ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਚੱਲਦਿਆਂ 에ਅਰ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਉਹਨਾਂ ਨੂੰ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਘਾਟਾ ਪਿਆ ਹੈ। 에ਅਰ ਕੈਨੇਡਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ $1.3 ਬਿਲੀਅਨ ਦਾ ਘਾਟਾ ਸਹਿਣਾ ਪਿਆ। ਪਿਛਲੇ ਸਾਲ ਦੀ ਵੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਪਹਿਲੇ ਕੁਆਰਟਰ ਦੇ ਵਿੱਚ ਉਹਨਾਂ ਨੂੰ $1 ਬਿਲੀਅਨ ਦਾ ਘਾਟਾ ਪਿਆ ਸੀ। ਜੋ ਜਾਣਕਾਰੀ 에ਅਰਲਾਈਨ ਨੇ ਦਿੱਤੀ ਗਈ, ਉਸ ਦੇ ਮੁਤਾਬਕ ਉਹਨਾਂ ਦਾ ਰੈਵਨਿਊ $729 ਮਿਲੀਅਨ ਰਿਹਾ। 2020 ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਇਹ ਰੈਵਨਿਊ $3.7 ਮਿਲੀਅਨ ਸੀ। ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਸੀਟ ਕੈਪੈਸਿਟੀ 82.1% ਘੱਟ ਹੋਈ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਸੰਬੰਧੀ ਸਖਤੀਆਂ ਕੀਤੀਆਂ ਗਈਆਂ, ਜਿੱਥੇ ਕਈ ਤਰ੍ਹਾਂ ਦੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ ਤੇ ਇਸ ਦਾ ਘਾਟਾ 에ਅਰਲਾਈਨਸ ਨੂੰ ਸਹਿਣਾ ਪਿਆ। ਪਿਛਲੇ ਮਹੀਨੇ 에ਅਰ ਕੈਨੇਡਾ ਵੱਲੋਂ ਫੈਡਰਲ ਸਰਕਾਰ ਦੇ ਨਾਲ ਇੱਕ ਡੀਲ ਵੀ ਕੀਤੀ ਗਈ ਸੀ। ਦਰਅਸਲ 에ਅਰ ਕੈਨੇਡਾ ਵੱਲੋਂ ਫੈਡਰਲ ਸਰਕਾਰ ਦੇ ਨਾਲ $5.9 ਬਿਲੀਅਨ ਦੀ ਇੱਕ ਡੀਲ ਕੀਤੀ ਗਈ ਸੀ। ਇਸੇ ਦੇ ਤਹਿਤ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੇ ਲੋਕਾਂ ਨੂੰ ਰਿਫੰਡ ਦੇਣਾ ਹੈ ਉਹਨਾਂ ਦਾ ਰਿਫੰਡ ਵੀ ਵਾਪਸ ਕੀਤਾ ਜਾਵੇਗਾ। ਇਸ ਕੋਰੋਨਾ ਵਾਇਰਸ ਦੇ ਦੌਰਾਨ ਜਿਹੜਾ ਵੀ 에ਅਰ ਕੈਨੇਡਾ ਨੂੰ ਘਾਟਾ ਪਿਆ ਹੈ, ਇਸ ਦੀ ਸਾਰੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹਫ਼ਤੇ ਯਾਤਰਾ ਸੰਬੰਧੀ ਬਿਆਨ ਦਿੱਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ ਹਾਲਾਤ ਠੀਕ ਹੁੰਦੇ ਨੇ ਤੇ ਜਲਦ ਹੀ ਕੈਨੇਡੀਅਨਸ ਜਿਹੜੇ ਨੇ ਉਹ ਟਰੈਵਲ ਕਰ ਸਕਣਗੇ। ਉਹਨਾਂ ਕਿਹਾ ਕਿ ਜਿਵੇਂ ਹੀ ਕੋਰੋਨਾ ਵਾਇਰਸ ਦੇ ਹਾਲਾਤ ਆਮ ਵਾਂਗ ਹੋਣ ਲੱਗਣਗੇ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨੇਸ਼ਨ ਲੱਗ ਜਾਏਗੀ ਤਾਂ ਯਾਤਰਾ ਜਿਹੜੀ ਹੈ ਉਹ ਸ਼ੁਰੂਆਤ ਉਸ ਦੀ ਕੀਤੀ ਜਾ ਸਕਦੀ ਹੈ। ਯਾਤਰਾ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਟਰੂਡੋ ਨੇ ਕਿਹਾ ਕਿ ਕੈਨੇਡੀਅਨਸ ਗਰਮੀਆਂ ਦੇ ਵਿੱਚ ਦੇਸ਼ ਤੋਂ ਬਾਹਰ ਟਰੈਵਲ ਕਰ ਸਕਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਦੇ ਵਾਸਤੇ ਵੈਕਸੀਨ ਪਾਸਪੋਰਟ ਦੀ ਜ਼ਰੂਰਤ ਹੈ, ਉਸ ਦੇ ਬਾਰੇ ਹੋਰ ਵੀ ਜਾਣਕਾਰੀ ਸਾਂਝੀ ਕੀਤੀ ਗਈ। ਆਟਵਾ ਦੇ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਟਰੂਡੋ ਨੇ ਕਿਹਾ ਕਿ ਜਿਹੜੇ ਵੀ ਦਸਤਾਵੇਜ਼ ਜਾਣੀ ਕਿ ਡਾਕੂਮੈਂਟਸ ਦੀ ਟਰੈਵਲ ਦੇ ਲਈ ਜ਼ਰੂਰਤ ਹੋਵੇਗੀ, ਉਸ ਸੰਬੰਧੀ ਦੂਸਰੇ ਦੇਸ਼ਾਂ ਦੇ ਨਾਲ ਕੈਨੇਡਾ ਵੱਲੋਂ ਕੰਮ ਕੀਤਾ ਜਾਵੇਗਾ। ਟਰੂਡੋ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਗਰਮੀਆਂ ਦੇ ਵਿੱਚ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਪਰ ਇਸ ਦੇ ਵਾਸਤੇ ਡਾਕੂਮੈਂਟਸ ਜਾਣੀ ਕਿ ਵੈਕਸੀਨ ਪਾਸਪੋਰਟ ਜਾਂ ਫਿਰ ਸਰਟੀਫਿਕੇਟਸ ਦੇ ਨਾਲ ਟਰੈਵਲ ਕੀਤਾ ਜਾ ਸਕੇਗਾ। ਉਹਨਾਂ ਦੱਸਿਆ ਕਿ ਵੈਕਸੀਨ ਪਾਸਪੋਰਟ ਅਤੇ ਸਰਟੀਫਿਕੇਟਸ ਦੇ ਉੱਪਰ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਇਹ ਹਰ ਦੇਸ਼ ਦੀ ਆਪਣੀ ਮਰਜ਼ੀ ਹੋਵੇਗੀ ਕਿ ਉਹ ਟਰੈਵਲਰਸ ਨੂੰ ਕਿਸ ਤਰ੍ਹਾਂ ਆਉਣ ਦੀ ਪਰਮਿਸ਼ਨ ਦੇਵੇਗਾ। ਕਈ ਲੀਡਰਸ ਅਜਿਹੇ ਹਨ ਜਿਨ੍ਹਾਂ ਵੱਲੋਂ ਇੰਟਰਨੈਸ਼ਨਲ ਟਰੈਵਲਰ ਦੇ ਵਾਸਤੇ ਵੈਕਸੀਨ ਪਾਸਪੋਰਟ ਨੂੰ ਸਪੋਰਟ ਕੀਤਾ ਜਾ ਰਿਹਾ ਹੈ, ਪਰ ਅਮਰੀਕਾ ਦੇ ਵਿੱਚ ਇਸ ਨੂੰ ਅਜੇ ਸਪੋਰਟ ਨਹੀਂ ਕੀਤਾ ਜਾ ਰਿਹਾ। ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 52% ਕੈਨੇਡੀਅਨਸ ਅਜਿਹੇ ਨੇ ਜਿਹੜੇ ਪ੍ਰੂਫ ਦੇ ਤੌਰ ਦੇ ਉੱਪਰ ਵੈਕਸੀਨ ਪਾਸਪੋਰਟ ਜਾਂ ਸਰਟੀਫਿਕੇਟ ਨੂੰ ਸਪੋਰਟ ਕਰਦੇ ਹਨ। ਉਧਰ ਅਮਰੀਕਾ ਦੇ ਵਿੱਚ 43% ਲੋਕ ਹੀ ਅਜਿਹੇ ਨੇ ਜਿਹੜੇ ਇਸ ਨੂੰ ਸਪੋਰਟ ਕਰਦੇ ਨੇ। ਅਮਰੀਕਾ ਦੇ ਵਿੱਚ ਅਜਿਹੇ 36% ਲੋਕ ਨੇ ਜਿਨ੍ਹਾਂ ਵੱਲੋਂ ਇਸ ਆਈਡੀਆ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਇਹ ਗਿਣਤੀ 33% ਹੈ। ਇਹ ਸਾਰੀ ਜਾਣਕਾਰੀ ਇੱਕ ਸਰਵੇ ਤੋਂ ਸਾਹਮਣੇ ਆਈ ਹੈ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਨਿਯਮ ਸਖਤ ਕੀਤੇ ਗਏ ਨੇ। ਇਸੇ ਦੇ ਚੱਲਦਿਆਂ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਟੋਰਾਂਟੋ ਅਤੇ ਵੈਂਕੂਵਰ ਦੇ ਵਿੱਚ ਲੋਕ ਆਏ ਜਿਨ੍ਹਾਂ ਵੱਲੋਂ ਨਿਯਮਾਂ ਦਾ ਉਲੰਘਣ ਕੀਤਾ ਗਿਆ, ਉਹਨਾਂ ਵਿੱਚੋਂ ਅਜਿਹੇ ਕਈ ਸਨ ਜਿਨ੍ਹਾਂ ਨੂੰ ਜੁਰਮਾਨੇ ਲਗਾਏ ਗਏ ਅਤੇ ਕਈਆਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ। ਵੈਨਕੂਵਰ ਅਤੇ ਟੋਰਾਂਟੋ ਦੇ 에ਅਰਪੋਰਟ ਦੇ ਉੱਪਰ ਲੈਂਡ ਹੋਣ ਵਾਲੇ 500 ਦੇ ਕਰੀਬ 에ਅਰ ਪੈਸੇਂਜਰਸ ਨੂੰ ਹੋਟਲ ਕੁਆਰੰਟਾਈਨ ਦੇ ਨਿਯਮ ਤੋੜਨ ਦੇ ਉੱਪਰ ਜੁਰਮਾਨਾ ਲਗਾਇਆ ਗਿਆ। ਫੈਡਰਲ ਸਰਕਾਰ ਵੱਲੋਂ ਫਰਵਰੀ ਮਹੀਨੇ ਤੋਂ ਹੁਣ ਤੱਕ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ। ਅਜੇ ਤੱਕ ਸਰਕਾਰ ਵੱਲੋਂ ਇਹ ਸਪਸ਼ਟ ਅੰਕੜੇ ਤਾਂ ਸਾਂਝੇ ਨਹੀਂ ਕੀਤੇ ਗਏ ਕਿ ਕਿੰਨੇ ਅਜਿਹੇ ਪੈਸੇਂਜਰ ਸਨ ਜਿਨ੍ਹਾਂ ਨੂੰ ਕੈਨੇਡਾ ਪਹੁੰਚਣ ਦੇ ਉੱਪਰ ਨਿਯਮ ਉਲੰਘਣ ਕਰਨ ਦੇ ਚੱਲਦਿਆਂ ਜੁਰਮਾਨੇ ਲਗਾਏ ਗਏ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 513 ਦੇ ਕਰੀਬ ਲੋਕਾਂ ਨੂੰ ਟਿਕਟਾਂ ਇਸ਼ੂ ਕੀਤੀਆਂ ਗਈਆਂ, ਜਾਣੀ ਕਿ ਜਾਰੀ ਕੀਤੀਆਂ ਗਈਆਂ।
ਜੋ ਕਿ ਫਰਵਰੀ 22 ਅਤੇ ਅਪ੍ਰੈਲ 25 ਦੇ ਵਿਚਕਾਰ ਦੀਆਂ ਦੱਸੀਆਂ ਗਈਆਂ। ਏਜੰਸੀ ਦੇ ਮੁਤਾਬਕ ਕੈਲਗਰੀ ਅਤੇ ਮੌਂਟਰੀਅਲ ਦੇ ਜਿਹੜੇ ਨਿਯਮ ਨੇ ਉਹ ਕੁਝ ਵੱਖਰੇ ਹਨ। ਇਸੇ ਦੇ ਚੱਲਦਿਆਂ ਉੱਥੇ ਕਿੰਨੇ ਲੋਕਾਂ ਨੂੰ ਟਿਕਟ ਜਾਰੀ ਹੋਈ ਹੈ ਇਹ ਅਜੇ ਉਹਨਾਂ ਵੱਲੋਂ ਨਹੀਂ ਦੱਸਿਆ ਗਿਆ। ਦੱਸੀਏ ਕਿ ਕੈਨੇਡਾ ਦੇ ਵਿੱਚ ਜਿਹੜਾ ਵੀ ਹੋਟਲ ਕੁਆਰੰਟੀਨ ਦੇ ਨਿਯਮ ਦਾ ਉਲੰਘਣ ਕਰਦਾ ਹੈ ਉਸ ਨੂੰ $2000 ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਫਰਵਰੀ 22 ਤੋਂ ਹੀ ਕੈਨੇਡਾ ਸਰਕਾਰ ਵੱਲੋਂ ਨਵੇਂ ਨਿਯਮ ਐਲਾਨੇ ਗਏ ਤਾਂ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕੀਤਾ ਜਾਵੇ। ਇਸ ਦੇ ਚੱਲਦਿਆਂ ਆਉਣ ਵਾਲੇ ਪੈਸੇਂਜਰ ਨੂੰ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਲਾਜ਼ਮੀ ਤੌਰ ਦੇ ਉੱਪਰ ਕੁਆਰੰਟੀਨ ਕਰਨਾ ਪੈਂਦਾ ਹੈ, ਜੋ ਕਿ ਪੈਸੇਂਜਰ ਵੱਲੋਂ ਆਪਣੇ ਖਰਚੇ ਦੇ ਉੱਪਰ ਕੀਤਾ ਜਾਂਦਾ ਹੈ। ਕੈਨੇਡਾ ਪਹੁੰਚਣ ਦੇ ਉੱਪਰ ਯਾਤਰੀ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਹੈ। ਜੇਕਰ ਉਸ ਦੀ ਰਿਪੋਰਟ ਨੈਗੇਟਿਵ ਆਵੇ ਤਾਂ ਉਸਨੇ ਬਾਕੀ ਦਿਨ ਆਪਣੇ ਘਰ ਦੇ ਵਿੱਚ ਕੁਆਰੰਟੀਨ ਕਰਨਾ ਹੁੰਦਾ ਹੈ। ਜੇਕਰ ਰਿਪੋਰਟ ਪੋਜ਼ਿਟਿਵ ਆਈ ਤਾਂ ਸਰਕਾਰੀ ਥਾਂ ਦੇ ਉੱਪਰ ਉਸ ਨੂੰ ਆਈਸੋਲੇਟ ਕਰਨਾ ਪੈਂਦਾ ਹੈ। ਜਾਣਕਾਰੀ ਦੇ ਮੁਤਾਬਕ ਫਰਵਰੀ 22 ਤੋਂ ਲੈ ਕੇ ਅਪ੍ਰੈਲ 23 ਤੱਕ ਅਜਿਹੇ 1.9% ਲੋਕ ਸਨ ਜਿਹੜੇ ਕਿ ਕੈਨੇਡਾ ਪਹੁੰਚੇ ਅਤੇ ਉਹਨਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤੇ ਉਹ ਪੋਜ਼ਿਟਿਵ ਪਾਏ ਗਏ। ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਇਸ ਹਫ਼ਤੇ ਸਾਹਮਣੇ ਆਇਆ ਸੀ ਜਿੱਥੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਗਿਆ। ਉਹ ਇਸ ਕਰਕੇ ਕਿਉਂਕਿ ਇਸ ਵੱਲੋਂ ਸ਼ਰਾਬ ਪੀ ਕੇ ਡਰਾਈਵਿੰਗ ਕੀਤੀ ਜਾ ਰਹੀ ਸੀ। ਇਸ ਦੀ ਪਹਿਚਾਣ ਲਵਪ੍ਰੀਤ ਸਿੰਘ ਦੇ ਤੌਰ ਦੇ ਉੱਪਰ ਦੱਸੀ ਗਈ। ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਡਰਾਈਵਰ ਨੂੰ ਚਾਰਜ ਕੀਤਾ ਗਿਆ ਹੈ। ਦਰਅਸਲ ਇਸ ਵੱਲੋਂ ਸ਼ਰਾਬ ਪੀ ਕੇ ਸਟੰਟ ਡਰਾਈਵਿੰਗ ਕੀਤੀ ਜਾ ਰਹੀ ਸੀ। ਇਹ ਘਟਨਾ ਸ਼ੁੱਕਰਵਾਰ ਦੀ ਹੈ ਜਦੋਂ ਕੈਲੇਡਨ ਦੇ ਵਿੱਚ ਕਰੀਬ 10:46 ਦੇ ਉੱਪਰ ਲਵਪ੍ਰੀਤ ਸਿੰਘ ਵੱਲੋਂ ਸ਼ਰਾਬ ਪੀ ਕੇ ਹਾਈਵੇ 10 ਦੇ ਉੱਪਰ ਤੇਜ਼ ਰਫ਼ਤਾਰ ਦੇ ਨਾਲ ਡਰਾਈਵਿੰਗ ਕੀਤੀ ਜਾ ਰਹੀ ਸੀ। ਇਸੇ ਦੋਸ਼ ਦੇ ਹੇਠ ਹੁਣ ਬ੍ਰੈਂਪਟਨ ਦੇ ਇਸ ਡਰਾਈਵਰ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਚਾਰਜ ਕੀਤਾ ਗਿਆ। ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਦੇ ਮੁਤਾਬਕ ਲਵਪ੍ਰੀਤ ਦੇ ਵਾਹਨ ਦੀ ਸਪੀਡ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਸੀ। ਜਦੋਂ ਚੈਕਿੰਗ ਕੀਤੀ ਗਈ ਤਾਂ ਉਦੋਂ ਪਤਾ ਚੱਲਿਆ ਕਿ ਉਸ ਵੱਲੋਂ ਸ਼ਰਾਬ ਪੀਤੀ ਹੋਈ ਹੈ, ਕਿਉਂਕਿ ਜਦੋਂ ਉਸ ਦਾ ਸੈਂਪਲ ਲਿਆ ਗਿਆ ਤੇ ਉਸ ਤੋਂ ਇਹ ਗੱਲ ਸਾਹਮਣੇ ਆਈ। ਇਸ ਦੇ ਨਾਲ ਹੀ ਲਵਪ੍ਰੀਤ ਦੇ ਕੋਲ ਕੋਈ ਇੰਸ਼ੋਰੈਂਸ ਵੀ ਨਹੀਂ ਸੀ। ਵਹੀਕਲ 7 ਦਿਨਾਂ ਦੇ ਲਈ ਰੱਖ ਲਿਆ ਗਿਆ ਅਤੇ ਲਾਇਸੈਂਸ ਨੂੰ 3 ਮਹੀਨਿਆਂ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਇੱਕ ਵਾਰ ਫਿਰ ਤੋਂ ਲਵਪ੍ਰੀਤ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਇਸ ਦੀ ਅਗਲੀ ਕੋਰਟ ਦੇ ਵਿੱਚ ਪੇਸ਼ੀ 15 ਜੁਲਾਈ ਨੂੰ ਹੋਵੇਗੀ। ਸਰੀ ਤੋਂ ਮਾਮਲਾ ਸਾਹਮਣੇ ਆਇਆ ਸੀ ਜਿੱਥੇ 19 ਸਾਲ ਦੇ ਲੜਕੇ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਤੇ ਉਸ ਨੂੰ ਇਸ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਜਿੱਥੇ ਉਸ ਦੀ ਮੌਤ ਹੋ ਗਈ। ਸਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 19 ਸਾਲਾ ਲੜਕੇ ਦੇ ਗੋਲੀਆਂ ਮਾਰੀਆਂ ਗਈਆਂ। ਇਸੇ ਦੇ ਚੱਲਦਿਆਂ ਉਸ ਦੀ ਹੁਣ ਮੌਤ ਹੋ ਗਈ ਹੈ। ਇਸ ਸੰਬੰਧੀ ਆਈ ਹਿੱਟ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਘਟਨਾ 30 ਅਪ੍ਰੈਲ 2021 ਦੀ ਹੈ। ਉਹਨਾਂ ਦੱਸਿਆ ਕਿ ਸਰੀ ਦੇ ਹਸਪਤਾਲ ਦੇ ਵਿੱਚ ਇਸ 19 ਸਾਲਾ ਲੜਕੇ ਨੂੰ ਭਰਤੀ ਕਰਵਾਇਆ ਗਿਆ ਜਿਸ ਨੂੰ ਗੋਲੀਆਂ ਲੱਗੀਆਂ ਸਨ, ਪਰ ਇਸ ਲੜਕੇ ਦੀ ਜਾਨ ਨਹੀਂ ਬਚਾਈ ਜਾ ਸਕੀ ਅਤੇ ਹਸਪਤਾਲ ਦੇ ਵਿੱਚ ਇਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਨੂੰ ਇੱਕ ਆਈਸੋਲੇਟਿਡ ਐਕਸੀਡੈਂਟ ਦੱਸਿਆ, ਜਿਸ ਦਾ ਮਤਲਬ ਹੈ ਕਿ ਇਸ ਦੇ ਨਾਲ ਕਿਸੇ ਵੀ ਹੋਰ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਪੁਲਿਸ ਮੁਤਾਬਕ ਜਿਹੜੀਆਂ ਵੀ ਘਟਨਾਵਾਂ ਸਰੀ ਦੇ ਵਿੱਚ ਕੁਝ ਸਮਾਂ ਪਹਿਲਾਂ ਵਾਪਰੀਆਂ ਉਹਨਾਂ ਦਾ ਇਸ ਘਟਨਾ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਆਈ ਹਿੱਟ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਂਝੀ ਕੀਤੀ ਜਾਵੇ ਤਾਂ ਕਿ ਇਸ ਮਾਮਲੇ ਨੂੰ ਜਲਦ ਹੀ ਸੁਲਝਾਇਆ ਜਾਵੇ। ਇਸ ਸੰਬੰਧੀ ਉਹਨਾਂ ਨੇ ਆਪਣਾ ਨੰਬਰ ਜਾਰੀ ਕੀਤਾ ਹੈ 187755114448। ਇਸ ਦੇ ਉੱਪਰ ਪੁਲਿਸ ਦੇ ਨਾਲ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ। ਨਾਲ ਹੀ ihit@rcmp_grc.gc.ca ਦੇ ਉੱਪਰ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਕ੍ਰਾਈਮ ਸਟਾਪਰਸ ਦਾ ਵੀ ਨੰਬਰ ਜਾਰੀ ਕੀਤਾ ਗਿਆ ਜੋ ਕਿ 180022284777। ਕੈਨੇਡਾ ਦੇ ਵਿੱਚ ਲਗਾਤਾਰ ਕਈਆਂ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅਜਿਹੇ ਮਾਮਲੇ ਲਗਾਤਾਰ ਮੈਟਰੋ ਵੈਂਕੂਵਰ ਤੋਂ ਸਾਹਮਣੇ ਆਏ, ਪਰ ਚਰਚਾ ਉਦੋਂ ਛਿੜ ਗਈ ਜਦੋਂ ਇੱਕ ਅਫਸਰ ਦੇ ਉੱਪਰ ਜਿਸ ਦਾ ਨਾਮ ਵਿਕਰਮਦੀਪ ਰੰਧਾਵਾ ਸੀ ਇਸ ਹਫ਼ਤੇ ਗੋਲੀਆਂ ਚਲਾਈਆਂ ਗਈਆਂ ਅਤੇ ਇਸ ਦੇ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ। ਅਜੇ ਤੱਕ ਇਸ ਸੰਬੰਧੀ ਕਿਸੇ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ। ਡੈਲਟਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਫਸਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਜੋ ਇਸ ਮਾਮਲੇ ਦਾ ਸ਼ਿਕਾਰ ਹੋਇਆ ਹੈ ਉਸ ਪ੍ਰੋਵਿੰਸ਼ੀਅਲ ਕਰੈਕਸ਼ਨ ਆਫਿਸਰ ਦੀ ਪਹਿਚਾਣ ਵਿਕਰਮਦੀਪ ਰੰਧਾਵਾ ਦੇ ਤੌਰ ਦੇ ਉੱਪਰ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਚਿੰਤਾ ਵੱਧ ਗਈ ਹੈ। ਪਹਿਲਾਂ ਤਾਂ ਗੈਂਗ ਵਾਰ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਉਂਦੇ ਸਨ,
ਪਰ ਹੁਣ ਤਾਂ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ ਮਾਮਲਾ ਸ਼ਨੀਵਾਰ ਦਾ ਹੈ, ਜਦੋਂ ਡੈਲਟਾ ਮਾਲ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਇਸ ਦੇ ਵਿੱਚ ਮਰਨ ਵਾਲੇ ਦੀ ਪਹਿਚਾਣ 29 ਸਾਲਾ ਪ੍ਰੋਵਿੰਸ਼ੀਅਲ ਕਰੈਕਸ਼ਨ ਆਫਿਸਰ ਵਿਕਰਮਦੀਪ ਰੰਧਾਵਾ ਦੇ ਤੌਰ ਦੇ ਉੱਪਰ ਦੱਸੀ ਗਈ। ਇਹ ਘਟਨਾ ਤਕਰੀਬਨ 5 ਵਜੇ ਵਾਪਰੀ, ਜੋ ਕਿ 72 ਐਵੀਨਿਊ ਅਤੇ 120 ਸਟਰੀਟ ਦੇ ਉੱਪਰ ਸਥਿਤ ਸਕਾਟਸਡੇਲ ਸੈਂਟਰ ਤੇ ਵਾਪਰੀ ਹੈ। ਡੈਲਟਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਟਾਰਗੇਟਡ ਦੱਸਿਆ ਗਿਆ, ਜਿਸ ਦਾ ਮਤਲਬ ਹੈ ਕਿ ਅਫਸਰ ਨੂੰ ਮਿੱਥ ਕੇ ਆਪਣਾ ਨਿਸ਼ਾਨਾ ਬਣਾਇਆ ਗਿਆ। ਇਸ ਦੇ ਨਾਲ ਸੰਬੰਧਿਤ ਟਵਿੱਟਰ ਦੇ ਉੱਪਰ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਪਾਰਕਿੰਗ ਲਾਟ ਦੇ ਵਿੱਚ ਭੱਜਿਆ ਅਤੇ ਫਿਰ ਇੱਕ ਗੱਡੀ ਦੇ ਵਿੱਚ ਬੈਠ ਗਿਆ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਫਿਰ ਕਿਸ ਤਰ੍ਹਾਂ ਤੇਜ਼ੀ ਦੇ ਨਾਲ ਇੱਥੋਂ ਜਾਂਦੀ ਹੈ। ਪੁਲਿਸ ਦੇ ਮੁਤਾਬਕ ਜਿਹੜਾ ਵਾਹਨ ਸੀ ਉਸ ਨੂੰ ਬਰਨਵੀ ਦੇ ਵਿੱਚ ਕੁਝ ਸਮੇਂ ਬਾਅਦ ਹੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੇ ਉੱਪਰ ਪੜਤਾਲ ਕੀਤੀ ਜਾ ਰਹੀ ਹੈ। ਅਜੇ ਤੱਕ ਇਸ ਸੰਬੰਧੀ ਕਿਸੇ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਪਰ ਇਸ ਮਾਮਲੇ ਤੋਂ ਬਾਅਦ ਕਈਆਂ ਦੇ ਵਿੱਚ ਚਿੰਤਾ ਹੁਣ ਵੱਧ ਗਈ ਹੈ। ਇਸ ਹਫਤੇ ਬ੍ਰੈਂਪਟਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ 3 ਪੰਜਾਬੀਆਂ ਨੂੰ ਚਾਰਜ ਕੀਤਾ ਗਿਆ ਸੀ। ਦਰਅਸਲ ਇਹਨਾਂ ਵੱਲੋਂ ਇੱਕ ਬਜ਼ੁਰਗ ਔਰਤ ਨੂੰ, ਜਿਸ ਦੀ ਉਮਰ 80 ਸਾਲ ਦੱਸੀ ਗਈ, ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਸੀ। ਬ੍ਰੈਂਪਟਨ 'ਚੋਂ 3 ਜਾਣਿਆਂ ਨੂੰ ਚਾਰਜ ਕੀਤਾ ਗਿਆ। ਉਹ ਇਸ ਕਰਕੇ ਕਿਉਂਕਿ ਉਹਨਾਂ ਵੱਲੋਂ 80 ਸਾਲਾ ਬਜ਼ੁਰਗ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਸੀ। ਇਸ ਦੋਸ਼ ਦੇ ਹੇਠ ਇਹਨਾਂ 3 ਜਾਣਿਆਂ ਨੂੰ ਚਾਰਜ ਕੀਤਾ ਗਿਆ। ਇਸ ਸੰਬੰਧੀ ਯਾਰਕ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 80 ਸਾਲਾ ਬਜ਼ੁਰਗ ਔਰਤ ਦੇ ਨਾਲ ਕੈਨੇਡੀਅਨ ਰੈਵਨਿਊ ਅਧਿਕਾਰੀ ਬਣ ਕੇ ਇਹਨਾਂ ਵੱਲੋਂ ਠੱਗੀ ਮਾਰੀ ਜਾ ਰਹੀ ਸੀ ਤੇ ਇਸ ਦੋਸ਼ ਦੇ ਹੇਠ ਬ੍ਰੈਂਪਟਨ ਤੋਂ 3 ਜਾਣੇ ਗ੍ਰਿਫਤਾਰ ਕੀਤੇ ਗਏ ਅਤੇ ਇਹਨਾਂ ਨੂੰ ਇਸ ਸੰਬੰਧ ਦੇ ਵਿੱਚ ਚਾਰਜ ਵੀ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹਨਾਂ ਦੇ ਨਾਮ ਜਨਤਕ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਤਨਵੀਰ ਸਿੰਘ, ਰਣਵੀਰ ਸਿੰਘ ਅਤੇ ਚਰਨਜੋਤ ਸਿੰਘ ਦੇ ਨਾਮ ਇਸ ਦੇ ਵਿੱਚ ਸ਼ਾਮਿਲ ਹਨ। ਇਹਨਾਂ ਵੱਲੋਂ ਇੱਕ 80 ਸਾਲਾ ਬਜ਼ੁਰਗ ਔਰਤ ਦੇ ਕੋਲੋਂ ਕੈਨੇਡੀਅਨ ਰੈਵਨਿਊ ਅਧਿਕਾਰੀ ਬਣ ਕੇ $10,000 ਬ੍ਰੈਂਪਟਨ ਦੇ ਇੱਕ ਐਡਰੈਸ ਦੇ ਉੱਪਰ ਭੇਜਣ ਦੀ ਮੰਗ ਕੀਤੀ ਗਈ ਸੀ ਅਤੇ ਜਦੋਂ ਉਸ ਵੱਲੋਂ ਡਾਲਰ ਨਾ ਦਿੱਤੇ ਗਏ ਤਾਂ ਉਦੋਂ ਗ੍ਰਿਫਤਾਰ ਕਰਨ ਦੀ ਵੀ ਧਮਕੀ ਦਿੱਤੀ ਗਈ। ਯਾਰਕ ਰੀਜਨਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ, ਜਿਸ ਤੋਂ ਬਾਅਦ ਇਹਨਾਂ 3 ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਪੇਸ਼ੀ ਰੱਖੀ ਗਈ ਹੈ, ਜੋ ਕਿ ਅਗਲੇ ਮਹੀਨੇ ਨਿਊ ਮਾਰਕੀਟ ਕੋਰਟ ਦੇ ਵਿੱਚ ਹੋਵੇਗੀ। ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਇੱਕ ਵਾਰ ਫਿਰ ਤੋਂ ਚੋਣ ਦੀਆਂ ਖਬਰਾਂ ਦੇ ਉੱਪਰ। ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਬਣਾਇਆ ਰਿਕਾਰਡ। ਲਗਭਗ 24 ਘੰਟਿਆਂ ਦੇ ਵਿੱਚ ਹੀ ਵਿਦਿਆਰਥੀ ਕੋਟਾ ਹੋਇਆ ਪੂਰਾ। ਯਾਤਰਾ ਸੰਬੰਧੀ ਟਰੂਡੋ ਦਾ ਵੱਡਾ ਬਿਆਨ। ਗਰਮੀਆਂ ਦੇ ਵਿੱਚ ਸ਼ੁਰੂ ਹੋ ਸਕਦੀ ਯਾਤਰਾ। ਵਿਕਰਮਦੀਪ ਰੰਧਾਵਾ ਤੇ ਹਮਲੇ ਦੇ ਬਾਅਦ ਛਿੜੀ ਚਰਚਾ। ਦਿਨ ਦਿਹਾੜੇ ਹੋਇਆ ਰੰਧਾਵਾ ਦਾ ਕਤਲ। ਅਪ੍ਰੈਲ ਮਹੀਨਾ ਕੈਨੇਡਾ ਦੇ ਲਈ ਰਿਹਾ ਮਾੜਾ। ਗਵਾਈਆਂ 2,07,000 ਨੌਕਰੀਆਂ। ਬ੍ਰੈਂਪਟਨ ਦੇ ਪੰਜਾਬੀ ਡਰਾਈਵਰ ਨੂੰ ਕੀਤਾ ਚਾਰਜ। ਸ਼ਰਾਬ ਪੀ ਕੇ ਕਰ ਰਿਹਾ ਸੀ ਡਰਾਈਵਿੰਗ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।